if you want to give effective introduction and you want to know the tips and tricks for the effective introduction, please watch this video. Okay. So in this video we will talk about how to give effective introduction in speaking. So first of all ਅਸੀਂ ਗੱਲ ਕਰਦੇ ਹਾਂ ਕਿ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਦੋਂ ਅਸੀਂ ਐਂਟਰ ਕਰਨਾ ਹੈ, ਠੀਕ ਹੈ। ਸੋ ਫਰਸਟ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਕੰਮ ਆ, ਰੀਚ ਅਰਲੀ। ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਟਾਈਮ ਤੋਂ ਪਹਿਲਾਂ ਪਹੁੰਚਣਾ ਹੈ, ਠੀਕ ਹੈ। ਜਦੋਂ ਤੁਸੀਂ ਟਾਈਮ ਤੋਂ ਪਹਿਲਾਂ ਪਹੁੰਚੋਗੇ ਤਾਂ ਤੁਹਾਡੇ ਕੋਲ ਇਹ ਸੋਚਣ ਦਾ ਟਾਈਮ ਹੋਊਗਾ, ਮਾਈਂਡ ਪ੍ਰਿਪੇਅਰ ਕਰਨ ਦਾ, ਪ੍ਰੈਪਰੇਸ਼ਨ ਦਾ ਟਾਈਮ ਹੋਊਗਾ ਕਿ ਤੁਸੀਂ ਤੁਹਾਡਾ ਐਗਜ਼ਾਮ ਅੱਗੇ ਕਿਸ ਤਰੀਕੇ ਦਾ ਚੱਲਣਾ ਹੈ, ਠੀਕ ਹੈ। ਸੋ ਨੈਕਸਟ ਕੀ ਆ ਕਿ ਲਿਸਨ ਸਮਥਿੰਗ ਇੰਗਲਿਸ਼ ਔਨ ਯੂਰ ਮੋਬਾਈਲ ਫੋਨ। ਤੁਸੀਂ ਜਦੋਂ ਜਾ ਰਹੇ ਆ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਾਂ ਤੁਸੀਂ ਰਸਤੇ ਵਿੱਚ ਆ ਰਹੇ ਆ ਤਾਂ ਤੁਸੀਂ ਇਹ ਨਹੀਂ ਕਰਨਾ ਹੈਗਾ ਕਿ ਗਾਣੇ ਸੁਣਦੇ ਆਉਣਾ ਜਾਂ ਸੌਂਗ ਦੇ ਵੱਲ ਤੁਸੀਂ ਆਪਣਾ ਮਾਈਂਡ ਨਹੀਂ ਲਗਾਉਣਾ ਹੈਗਾ। ਤੁਸੀਂ ਕੀ ਕਰੋ, ਫਸਟ ਆਫ ਆਲ ਇੰਗਲਿਸ਼ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਸੁਣੋ ਆਪਣੇ ਫੋਨ ਦੇ ਉੱਤੇ, ਠੀਕ ਹੈ। ਸੋ ਜਦੋਂ ਤੁਸੀਂ ਇੰਗਲਿਸ਼ ਦੇ ਨਾਲ ਰਿਲੇਟਡ ਹੋਵੋਗੇ, ਕੋਈ ਵੀ ਚੀਜ਼ ਸੁਣੋਗੇ ਤਾਂ ਤੁਹਾਡਾ ਮਾਈਂਡ ਆਲਰੇਡੀ ਜਿਹੜਾ ਆ ਉਹ 50% ਤਾਂ ਪ੍ਰਿਪੇਅਰ ਹੋ ਜਾਣਾ ਆ ਕਿ ਅੱਗੇ ਜਾ ਕੇ ਮੈਂ ਇੰਗਲਿਸ਼ ਹੀ ਬੋਲਣੀ ਹੈ, ਠੀਕ ਹੈ। ਕਿਉਂਕਿ ਹੁਣ ਸਾਡੀ ਨੇਟਿਵ ਜਿਹੜੀ ਆ ਨੇਟਿਵ ਲੈਂਗੁਏਜ ਆ ਉਹ ਅਲੱਗ ਆ, ਬਟ ਹੁਣ ਸਪੀਕ ਅਸੀਂ ਇੰਗਲਿਸ਼ ਦੇ ਵਿੱਚ ਕਰਨਾ ਤਾਂ ਸਾਨੂੰ ਕੀ ਕਰਨਾ ਪੈਣਾ, ਉਹਦੇ ਲਈ ਮਾਈਂਡ ਪ੍ਰਿਪੇਅਰ ਕਰਨਾ ਪੈਣਾ। ਵੈਦਰ ਤੁਸੀਂ ਆਪਣੇ ਤੁਸੀਂ ਘਰ ਦੇ ਵਿੱਚ ਜਿੰਨੀ ਵੀ ਤਿਆਰੀ ਕੀਤੀ ਹੋਵੇ, ਜਿਹੜਾ ਰਸਤਾ ਆ ਨਾ ਜਦੋਂ ਤੁਸੀਂ ਜਾ ਰਹੇ ਆ ਤਾਂ ਇੰਗਲਿਸ਼ ਦੇ ਬਾਰੇ ਹੀ ਮਾਈਂਡ ਪ੍ਰਿਪੇਅਰ ਕਰਕੇ ਜਾਣਾ ਪੈਣਾ ਹੈ। ਸੋ ਇਸ ਤਰੀਕੇ ਨਾਲ ਹੀ ਤੁਹਾਡੀ ਜਿਹੜੀ ਆ ਮੈਂਟਲੀ ਪ੍ਰਿਪੇਅਰਡ ਹੋ ਸਕਦੇ ਆ ਤੁਸੀਂ, ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਆਪਣਾ ਮੈਂਟਲੀ ਪ੍ਰਿਪੇਅਰਡ ਹੋ ਸਕਦੇ ਆ। ਸੋ ਨੈਕਸਟ ਬਿਗ ਥਿੰਗ ਜੋ ਤੁਹਾਡੇ ਰਸਤੇ ਵਿੱਚ ਆਉਂਦੀ ਹੈ ਉਹ ਨਰਵਸਨੈਸ ਹੁੰਦੀ ਹੈ। ਜਦੋਂ ਵੀ ਇੱਕ ਸਟੂਡੈਂਟ ਜਿਹੜਾ ਆ ਉਹ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਾਂਦਾ ਹੈ ਜਾਂ ਸਪੀਕਿੰਗ ਦੇਣ ਲਈ, ਇੰਟਰਵਿਊ ਦੇਣ ਲਈ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਆਉਂਦੀ ਹੈ ਨਰਵਸਨੈਸ, ਠੀਕ ਹੈ। ਜਦੋਂ ਤੁਸੀਂ ਨਰਵਸ ਹੁੰਦੇ ਆ ਤਾਂ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਉਹ ਨੈਗੇਟਿਵਲੀ ਹੀ ਚਲੇ ਜਾਂਦੀਆਂ, ਮਾਈਂਡ ਨੈਗੇਟਿਵਲੀ ਕੰਮ ਕਰਨ ਲੱਗ ਜਾਂਦਾ ਤਾਂ ਸਾਰੀ ਅਟੈਂਸ਼ਨ ਡਾਇਵਰਟ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਆ, ਆਪਣੇ ਆਪ ਨੂੰ ਐਡਮਿਟ ਕਰ ਲਓ ਕਿ ਮੈਂ ਨਰਵਸ ਹਾਂ, ਠੀਕ ਹੈ। ਜਦੋਂ ਤੁਸੀਂ ਇਹ ਐਡਮਿਟ ਕਰ ਲਓਗੇ ਤਾਂ ਤੁਹਾਡਾ ਜਿਹੜਾ ਧਿਆਨ ਥੋੜ੍ਹੀ ਦੇਰ ਲਈ ਉਹ ਤੋਂ ਹਟ ਜਾਣਾ ਹੈ। ਫਿਰ ਤੁਸੀਂ ਕੀ ਕਰਨਾ, ਤੁਸੀਂ ਇਹ ਸੋਚਣਾ ਹੈ ਕਿ ਮੈਂ ਅੱਜ ਜਿਹੜਾ ਆਪਣਾ ਬੈਸਟ ਦੇਣ ਦੀ ਤਿਆਰੀ ਕਰਨੀ ਹੈ, ਬੈਸਟ ਦੇਣ ਦੀ ਟਰਾਈ ਕਰਨੀ ਹੈ, ਠੀਕ ਹੈ। ਸੇ ਯੂਰ ਸੈਲਫ ਆਈ ਐਮ ਗੋਨਾ ਡੂ ਮਾਈ ਬੈਸਟ। ਆਪਣੇ ਆਪ ਨੂੰ ਬਾਰ-ਬਾਰ ਇਹੀ ਕਹੀ ਜਾਣਾ, ਠੀਕ ਹੈ। ਵਾਸ਼ਰੂਮ ਜਾਓ, ਉੱਥੇ ਜਾ ਕੇ ਬੋਲ ਕੇ ਆਓ ਆਪਣੇ ਆਪ ਨੂੰ, ਠੀਕ ਹੈ, ਕਿ ਮੈਂ ਅੱਜ ਆਪਣਾ ਬੈਸਟ ਦੇਣਾ ਹੈ, ਮੇਰੇ ਨਾਲੋਂ ਵਧੀਆ ਕੋਈ ਬੈਸਟ ਦੇ ਹੀ ਨਹੀਂ ਸਕਦਾ ਅੱਜ, ਠੀਕ ਹੈ। ਇਸ ਤਰੀਕੇ ਨਾਲ ਤੁਹਾਨੂੰ ਕੀ ਹੋਊਗਾ, ਪੋਜ਼ਿਟਿਵਿਟੀ ਤੁਹਾਡੇ ਮਾਈਂਡ ਵਿੱਚ ਆ ਜਾਣੀ ਆ। ਸੋ ਜਦੋਂ ਤੁਹਾਨੂੰ ਬੁਲਾਇਆ ਜਾਂਦਾ ਹੈ ਨਾ, ਜਦੋਂ ਤੁਹਾਨੂੰ ਐਗਜ਼ਾਮ ਦੇਣ ਲਈ ਬੁਲਾਇਆ ਜਾਂਦਾ, ਜਦੋਂ ਤੁਹਾਨੂੰ ਐਗਜ਼ਾਮੀਨਰ ਤੁਹਾਨੂੰ ਕਾਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਨਾ, ਇੱਕ ਸਮਾਈਲ ਦੇ ਨਾਲ ਜਿਹੜਾ ਆ ਉਹ ਰੂਮ ਵਿੱਚ, ਐਗਜ਼ਾਮੀਨਰ ਦੇ ਰੂਮ ਵਿੱਚ ਐਂਟਰ ਹੋਣਾ ਹੈ, ਠੀਕ ਹੈ। ਸੋ ਹੁਣ ਗੱਲ ਕਰਦੇ ਆ ਕਿ ਜਿਹੜੀ ਸਪੀਕਿੰਗ ਆ ਉਹ ਕਿੰਨੇ ਪਾਰਟਸ ਦੀ ਹੁੰਦੀ ਹੈ। ਸਪੀਕਿੰਗ ਜਿਹੜੀ ਆ ਉਹ 3 ਪਾਰਟਸ ਦੇ ਵਿੱਚ ਡਿਵਾਈਡਡ ਹੁੰਦੀ ਹੈ। ਸਭ ਤੋਂ ਪਹਿਲਾਂ ਸਾਡੇ ਆਉਂਦੇ ਆ ਇੰਟਰੋਡਕਟਰੀ ਕੁਐਸਚਨ ਆਉਂਦੇ ਆ। ਇਹਦੇ ਵਿੱਚ ਤੁਹਾਨੂੰ ਕੀ ਪੁੱਛਿਆ ਜਾਂਦਾ ਕਿ ਇੰਟਰੋਡਕਸ਼ਨ ਪੁੱਛੀ ਜਾਂਦੀ, ਤੁਹਾਡਾ ਨਾਮ ਕੀ ਆ ਜਾਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ, ਠੀਕ ਹੈ। ਇਸ ਤਰੀਕੇ ਦੇ ਨਾਲ ਤੁਹਾਡੀ ਨੈਸ਼ਨੈਲਿਟੀ ਕੀ ਆ, ਤੁਹਾਡਾ ਆਈਡੀਜ਼ ਵਗੈਰਾ ਸਾਰਾ ਕੁਛ ਇੰਟਰੋਡਕਟਰੀ ਪਾਰਟ ਹੀ ਆ। ਸੋ ਨੈਕਸਟ ਆਉਂਦਾ ਕਿਊ ਕਾਰਡਸ ਦਾ। ਇੱਥੇ ਤੁਹਾਡੇ ਕੋਲੋਂ ਕਿਊ ਕਾਰਡਸ ਪੁੱਛੇ ਜਾਂਦੇ ਆ, ਤੁਹਾਡੇ ਹੋਮ ਟਾਊਨ ਬਾਰੇ ਹੋ ਗਏ ਜਾਂ ਕਿਸੇ ਵੀ ਇਸ ਤਰੀਕੇ ਦੇ ਨਾਲ ਟੌਪਿਕ ਤੁਹਾਨੂੰ ਦਿੱਤਾ ਜਾਂਦਾ ਹੈ ਜਿਹਦੇ ਬਾਰੇ ਤੁਹਾਨੂੰ 2 ਜਾਂ 3 ਮਿੰਟ ਗੱਲ ਕਰਨੀ ਹੁੰਦੀ ਹੈ ਤੁਸੀਂ, ਠੀਕ ਹੈ। ਉਹ ਤੁਹਾਡਾ ਕਿਊ ਕਾਰਡ ਵਾਲਾ ਟੌਪਿਕ ਹੋ ਗਿਆ ਸਾਰਾ ਹੀ। ਅਤੇ ਨੈਕਸਟ ਹੋ ਗਿਆ ਤੁਹਾਡੀ ਕ੍ਰੋਸ ਕੁਐਸਚਨਿੰਗ। ਕ੍ਰੋਸ ਕੁਐਸਚਨਿੰਗ ਦੇ ਵਿੱਚ ਤੁਹਾਨੂੰ ਕਿਊ ਕਾਰਡ ਦੇ ਨਾਲ ਹੀ ਰਿਲੇਟਡ ਜਿਹੜੇ ਆ ਉਹ ਕੁਐਸਚਨ ਪੁੱਛੇ ਜਾਣਗੇ, ਠੀਕ ਹੈ। ਉਹ ਐਗਜ਼ਾਮੀਨਰ ਤੁਹਾਨੂੰ ਕੋਈ ਵੀ ਕੁਐਸਚਨ ਪੁੱਛ ਸਕਦਾ ਜੋ ਤੁਹਾਡੇ ਕਿਊ ਕਾਰਡ ਦੇ ਨਾਲ ਰਿਲੇਟਡ ਹੋਣਗੇ, ਜਾਂ ਕ੍ਰੋਸ ਕੁਐਸਚਨਿੰਗ ਦੇ ਵਿੱਚ ਤੁਹਾਡੇ ਆਨਸਰਸ ਦੇ ਵਿੱਚੋਂ ਹੀ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਆ। ਸੋ ਇਹ 3 ਪਾਰਟਸ ਦੇ ਵਿੱਚ, 3 ਪਾਰਟਸ ਦੇ ਵਿੱਚ ਜਿਹੜੀ ਤੁਹਾਡੀ ਸਪੀਕਿੰਗ ਡਿਵਾਈਡਡ ਹੈ, ਇਹਦੇ ਵਿੱਚੋਂ ਹੀ ਤੁਹਾਡੇ ਨੰਬਰ ਆ। ਬਹੁਤ ਈਜ਼ੀ ਟੌਪਿਕ ਹੁੰਦਾ ਹੈ, ਠੀਕ ਹੈ। ਬਟ ਤੁਸੀਂ ਟਰਾਈ ਕਰਨਾ ਕਿ ਨੈਚੁਰਲ ਰਹੋ। ਅਗਰ ਤੁਸੀਂ ਨੈਚੁਰਲ ਨਹੀਂ ਰਹਿੰਦੇ ਹੈਗੇ ਆ, ਜਿਵੇਂ ਰਿਟਨ ਚੀਜ਼ ਹੁੰਦੀ ਹੈ ਜਾਂ ਰੱਟਾ ਮਾਰਿਆ ਹੁੰਦਾ ਜਿਹਨੂੰ ਆਪਾਂ ਰੱਟਾ ਕਹਿ ਦਿੰਦੇ ਆ, ਉਸ ਤਰੀਕੇ ਦੇ ਨਾਲ ਤੁਹਾਡੇ ਨਹੀਂ ਆਉਂਦੇ ਹੈਗੇ ਨੰਬਰ, ਨਹੀਂ ਆਉਂਦੇ ਹੈਗੇ। ਅਗਰ ਤੁਸੀਂ ਬਹੁਤ ਜ਼ਿਆਦਾ ਫੈਂਸੀ ਵੋਕੈਬ ਯੂਜ਼ ਕਰਦੇ ਆ ਨਾ, ਫਿਰ ਵੀ ਤੁਸੀਂ ਆਪਣਾ ਕੰਮ ਜਿਹੜਾ ਆ ਉਹ ਆਪ ਹੀ ਖਰਾਬ ਕਰ ਰਹੇ ਆ। ਸੋ ਹੁਣ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਆ। ਸੋ ਫਸਟ ਜਿਹੜਾ ਕੁਐਸਚਨ ਹੈ, ਜਦੋਂ ਤੁਸੀਂ ਐਂਟਰ ਹੁੰਦੇ ਆ ਨਾ ਤਾਂ ਐਗਜ਼ਾਮੀਨਰ ਦੇ ਕੋਲ ਕੀ ਹੁੰਦਾ, ਇੱਕ MP3 ਪਲੇਅਰ ਹੁੰਦਾ ਜੋ ਉਹ ਆਪਣਾ ਨਾਮ ਬੋਲ ਕੇ ਰਿਕਾਰਡ ਦੇ ਉੱਤੇ ਲਗਾ ਦਿੰਦਾ ਆ। ਤੁਹਾਡੀ ਆਵਾਜ਼ ਰਿਕਾਰਡ ਹੁੰਦੀ ਹੈ ਉੱਥੇ, ਠੀਕ ਹੈ। ਜਦੋਂ ਤੁਸੀਂ ਆਵਾਜ਼ ਰਿਕਾਰਡ ਹੁੰਦੀ ਹੈ ਤਾਂ ਰਿਕਾਰਡਿੰਗ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕਿੱਥੇ ਕਿੱਥੇ ਗਲਤੀ ਕਰ ਰਹੇ ਆ। ਸੋ ਪਹਿਲਾਂ ਉਹਨਾਂ ਨੇ ਆਵਾਜ਼ ਰਿਕਾਰਡਰ ਔਨ ਕਰਨਾ, ਦੈਨ ਤੁਹਾਡੇ ਕੋਲੋਂ ਕੁਐਸਚਨ ਪੁੱਛਣੇ ਸ਼ੁਰੂ ਕਰਨੇ, ਸਟਾਰਟ ਕਰਨੇ ਆ। ਸੋ ਫਸਟ ਕੁਐਸਚਨ ਦੇਖਦੇ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਨਾਮ ਬਾਰੇ ਪੁੱਛਦਾ, ਵਾਟਸ ਯੂਰ ਨੇਮ। ਤੁਸੀਂ ਆਪਣਾ ਨਾਂ, ਤੁਹਾਡਾ ਜੋ ਵੀ ਨਾਂ ਹੈ XYZ ਤੁਸੀਂ ਆਪਣਾ ਦੱਸ ਦੇਣਾ।
ਠੀਕ ਹੈ ਵੀ ਆਈ ਐਮ ਦਿਸ ਜਾਂ ਮੇਰਾ ਨਾਂ ਇਹੀ ਚੀਜ਼ ਹੈ, ਠੀਕ ਹੈ, ਜਾਂ ਆਈ ਐਮ ਜਤਿੰਦਰ ਸਿੰਘ, ਜੋ ਵੀ ਤੁਹਾਡਾ ਨਾਂ ਹੈ ਇਸ ਤਰੀਕੇ ਨਾਲ। ਸੋ ਨੈਕਸਟ ਕੁਐਸਚਨ ਹੁੰਦਾ ਹੈ ਵਟ ਕੈਨ ਆਈ ਕਾਲ ਯੂ। ਸੋ ਇਹਦਾ ਆਨਸਰ ਤੁਸੀਂ ਇਹਦੇ ਨਾਲ ਹੀ ਰਿਲੇਟਡ ਦੇ ਦੇਣਾ, ਯੂ ਕੈਨ ਕਾਲ ਮੀ। ਇਹਦਾ ਤੁਸੀਂ ਆਪਣਾ ਨਿਕਨੇਮ ਕੋਈ ਵੀ ਦੱਸ ਦੇਣਾ, ਠੀਕ ਹੈ, ਯੂ ਕੈਨ ਕਾਲ ਮੀ ਜੌਨ ਜਾਂ ਯੂ ਕੈਨ ਕਾਲ ਮੀ ਟੌਮ, ਛੋਟਾ ਜਿਹਾ ਆਨਸਰ ਤੁਸੀਂ ਦੇ ਦੇਣਾ ਹੈ ਜੋ ਵੀ ਤੁਹਾਡਾ ਨਾਂ ਹੈ, ਠੀਕ ਹੈ। ਸੋ ਨੈਕਸਟ ਕੁਐਸਚਨ, ਜਾਂ ਤੁਹਾਨੂੰ ਪੁੱਛੂਗੇ ਵਟ ਕੈਨ ਆਈ ਕਾਲ ਯੂ ਔਰ ਹਾਊ ਮੇ ਆਈ ਐਡਰੈਸ ਯੂ। ਹਾਊ ਮੇ ਆਈ ਐਡਰੈਸ ਯੂ ਮੋਸਟ ਕਾਮਨ ਕੁਐਸਚਨ ਹੈ, ਜਿੱਥੇ ਜਿਹੜੇ ਆ ਸਟੂਡੈਂਟਸ ਜਿਹੜੇ ਫਸਟ ਟਾਈਮ ਜਾਂਦੇ ਕਈ ਵਾਰੀ ਉਹ ਗਲਤੀ ਕਰ ਜਾਂਦੇ ਆ। ਅਗਰ ਤੁਸੀਂ ਕੋਈ ਆਇਲਸ ਇੰਸਟੀਟਿਊਸ਼ਨ ਨਹੀਂ ਜੁਆਇਨ ਕੀਤਾ ਹੈ ਦੈਨ ਤੁਸੀਂ ਇੱਥੇ ਗਲਤੀ ਕਰੋਗੇ ਹੀ ਕਰੋਗੇ, ਕਿਉਂਕਿ ਉੱਥੇ ਤਾਂ ਤੁਹਾਨੂੰ ਸਿਖਾ ਦਿੱਤਾ ਜਾਂਦਾ ਹੈ, ਠੀਕ ਹੈ। ਸੋ ਫਸਟ ਤੁਹਾਨੂੰ ਪੁੱਛਦੇ ਆ ਹਾਊ ਮੇ ਆਈ ਐਡਰੈਸ ਯੂ। ਇੱਥੇ ਤੁਸੀਂ ਬੋਲਣਾ ਆ ਯੂ ਮੇ ਐਡਰੈਸ ਮੀ ਬਾਈ ਮਾਈ ਫਰਸਟ ਨੇਮ। ਯੂ ਮੇ ਐਡਰੈਸ ਮੀ ਬਾਈ, ਤੁਸੀਂ ਆਪਣਾ ਨਾਮ ਦੱਸ ਦੇਣਾ ਹੈ, ਠੀਕ ਹੈ। ਯੂ ਮੇ ਐਡਰੈਸ ਮੀ ਬਾਈ ਮਾਈ ਫਰਸਟ ਨੇਮ, ਇਟ ਇਜ਼ ਟੌਮ, ਜਾਂ ਜੋ ਵੀ ਤੁਹਾਡਾ ਨਾਂ ਹੈ। ਇੱਥੇ ਤਾਂ ਮੈਂ ਐਗਜ਼ਾਮਪਲ ਲਿਖੀ ਹੋਈ ਹੈ। ਇਸ ਤਰੀਕੇ ਨਾਲ ਤੁਸੀਂ ਆਪਣਾ ਐਡਰੈਸ ਵਾਲਾ ਕੁਐਸਚਨ ਦੇਣਾ ਹੈ। ਐਡਰੈਸ ਦਾ ਮਤਲਬ ਤੁਸੀਂ ਆਪਣਾ ਐਡਰੈਸ ਨਹੀਂ ਦੇਣ ਲੱਗ ਜਾਣਾ ਇੱਥੇ, ਜੋ ਵੀ ਤੁਹਾਡਾ ਐਡਰੈਸ ਹੈ, ਜੋ ਵੀ ਤੁਹਾਡਾ ਵਿਲੇਜ ਹੈ ਜਾਂ ਜੋ ਵੀ ਹੋਮ ਟਾਊਨ ਹੈ, ਇਹ ਨਹੀਂ ਦੇਖਣਾ ਤੁਸੀਂ। ਯੂ ਮੇ ਐਡਰੈਸ ਮੀ ਜਾਣੀ ਕਿ ਤੁਹਾਨੂੰ ਕਿੱਦਾਂ ਬੁਲਾਵਾਂ। ਸੋ ਨੈਕਸਟ ਹੈਗਾ ਆ ਫਿਰ ਇਹ ਚੀਜ਼ ਨੂੰ ਸਾਰੀਆਂ ਨੂੰ ਸਿੰਪਲ ਰੱਖਣਾ ਹੈ, ਬਹੁਤ ਜ਼ਿਆਦਾ ਕੰਪਲੈਕਸ ਸੈਂਟੈਂਸਸ ਨਹੀਂ ਯੂਜ਼ ਕਰਨੇ ਇੱਥੇ। ਸੋ ਨੈਕਸਟ ਤੁਹਾਨੂੰ ਵਰਕ ਔਰ ਸਟੱਡੀ ਦੇ ਨਾਲ ਰਿਲੇਟਡ ਟੌਪਿਕ ਪੁੱਛ ਸਕਦੇ ਆ। ਅਗਰ ਤੁਸੀਂ ਜਨਰਲ ਟ੍ਰੇਨਿੰਗ ਤਾਂ ਤੁਹਾਨੂੰ ਵਰਕ ਦੇ ਨਾਲ ਪੁੱਛਣਗੇ ਰਿਲੇਟਡ ਟੌਪਿਕ, ਅਗਰ ਤੁਸੀਂ ਸਟੂਡੈਂਟ ਆ ਤਾਂ ਤੁਹਾਨੂੰ ਸਟੱਡੀ ਦੇ ਨਾਲ ਰਿਲੇਟਡ ਟੌਪਿਕ ਜਿਹੜੇ ਆ ਉਹ ਪੁੱਛੇ ਜਾਣਗੇ, ਠੀਕ ਹੈ, ਕੁਐਸਚਨ ਪੁੱਛੇ ਜਾਣਗੇ। ਸੋ ਔਰ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ ਫੈਮਿਲੀ ਦੇ ਨਾਲ ਰਿਲੇਟਡ ਕੁਛ ਜਿਹੜੇ ਕੁਐਸਚਨ ਆ ਉਹ ਪੁੱਛ ਸਕਦੇ ਆ। ਫੈਮਿਲੀ ਹੋ ਗਿਆ, ਸਿਬਲਿੰਗਸ ਹੋ ਗਿਆ, ਤੁਹਾਡੇ ਬ੍ਰਦਰ ਜਾਂ ਸਿਸਟਰ, ਉਹਨਾਂ ਦੇ ਆਕੂਪੇਸ਼ਨ ਹੋਗਾ ਜਾਂ ਤੁਹਾਡਾ ਆਕੂਪੇਸ਼ਨ, ਔਰ ਤੁਹਾਡੇ ਮਦਰ ਫਾਦਰ ਔਰ ਜਿਹੜੇ ਆ ਤੁਹਾਡੇ ਗ੍ਰੈਂਡ ਪੇਰੈਂਟਸ ਦਾ ਆਕੂਪੇਸ਼ਨ ਬਾਰੇ ਵੀ ਪੁੱਛ ਸਕਦੇ ਆ। ਸੋ ਇਹ ਤੁਹਾਡੀ ਸਾਰੀ ਇੰਟਰੋਡਕਸ਼ਨ ਹੋ ਗਈ। ਇੱਥੇ ਇੰਟਰੋਡਕਟਰੀ ਕੁਐਸਚਨ ਹੁੰਦੇ ਆ ਜਿਨ੍ਹਾਂ ਦੇ ਤੁਸੀਂ ਇੱਕ ਜਾਂ ਦੋ ਸੈਂਟੈਂਸਸ ਦੇ ਵਿੱਚ ਵੈਰੀ ਸ਼ਾਰਟ ਆਨਸਰ ਦੇਣੇ ਹੁੰਦੇ ਆ। ਕੋਈ ਬਹੁਤ ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਅਸੀਂ ਕਰਨੀ ਹੈਗੀ, ਸਿਰਫ ਇਫੈਕਟਿਵ, ਸਿੰਪਲ ਐਂਡ ਕਰੈਕਟ ਆਨਸਰ ਦੇਣੇ ਆ, ਠੀਕ ਹੈ। ਸੋ ਨੈਕਸਟ ਜਿਹੜੇ ਤੁਹਾਡੇ ਕੋਲੋਂ ਟੌਪਿਕ ਪੁੱਛੇ ਜਾਂਦੇ ਆ, ਤੁਹਾਡੇ ਟੌਪਿਕ ਆਈਦਰ ਹੋ ਸਕਦੇ ਹੋਮ ਟਾਊਨ, ਵਰਕ ਔਰ ਸਟੱਡੀ, ਠੀਕ ਹੈ। ਇਹ ਬਹੁਤ ਜ਼ਿਆਦਾ ਜਨਰਲ ਟੌਪਿਕ ਹੈ। 90% ਕੇਸਿਸ ਦੇ ਵਿੱਚ ਤੁਹਾਨੂੰ ਇਹੀ ਟੌਪਿਕ ਦੇ ਵਿੱਚੋਂ ਕੁਐਸਚਨ ਆਉਂਦੇ ਆ। ਸੋ ਇੱਥੇ ਅਸੀਂ ਗੱਲ ਕਰਦੇ ਹਾਂ ਹੋਮ ਟਾਊਨ ਬਾਰੇ, ਠੀਕ ਹੈ। ਜਦੋਂ ਵੀ ਹੁਣ ਮੇਰੇ ਦੋਸਤੋ ਟਿਪਸ ਇਹ ਆ ਕਿ ਹੋਮ ਟਾਊਨ ਬਾਰੇ ਜਦੋਂ ਵੀ, ਚਾਹੇ ਹੋਮ ਟਾਊਨ ਚਾਹੇ ਕੋਈ ਵੀ ਟੌਪਿਕ ਤੁਹਾਡਾ ਹੋ ਗਿਆ, ਜਦੋਂ ਵੀ ਗੱਲ ਕਰਨੀ ਆ ਨਾ ਇਹਦੇ ਵਿੱਚੋਂ ਕੁਐਸਚਨ ਤੁਹਾਨੂੰ ਪੁੱਛਣੇ ਆ ਤਾਂ ਤੁਸੀਂ ਬਹੁਤ ਜ਼ਿਆਦਾ ਫੈਂਸੀ ਵੋਕੈਬ ਨਹੀਂ ਯੂਜ਼ ਕਰਨੀ ਹੈਗੀ। ਫੈਂਸੀ ਵੋਕੈਬ ਕਈ ਸਟੂਡੈਂਟਸ ਕੀ ਕਰਦੇ ਜਿਨ੍ਹਾਂ ਨੂੰ ਵੋਕੈਬਲਰੀ ਦੀ ਬਹੁਤ ਜ਼ਿਆਦਾ ਤਿਆਰੀ ਕਰਦੇ ਆ ਤਾਂ ਉਹ ਵੋਕੈਬ ਹੀ ਬੋਲਣ ਲੱਗ ਜਾਂਦੇ ਆ, ਬਹੁਤ ਜ਼ਿਆਦਾ ਕੰਪਲੈਕਸ ਸੈਂਟੈਂਸਸ ਬਣਾਉਣ ਲੱਗ ਜਾਂਦੇ, ਬਟ ਉਹਨਾਂ ਦੇ ਨੰਬਰ ਜਿਹੜੇ ਆ ਇਹ ਨੈਗੇਟਿਵ ਚੀਜ਼ ਦੇ ਵਿੱਚ ਹੀ ਆਉਂਦੀ, ਕਿਉਂਕਿ ਐਗਜ਼ਾਮੀਨਰ ਨੂੰ ਲੱਗਦਾ ਹੈ ਕਿ ਕੈਂਡੀਡੇਟ ਸ਼ੋਅ ਆਫ ਕਰ ਰਿਹਾ ਹੈ। ਜਦੋਂ ਤੁਹਾਡੀ ਸ਼ੋਅ ਆਫ ਦੇ ਵਿੱਚ ਗੱਲ ਆ ਜਾਣੀ ਆ ਤਾਂ ਉਹ ਨੈਗੇਟਿਵ ਵਾਲੇ ਪਾਸੇ ਹੋ ਜਾਣੀ ਆ, ਠੀਕ ਹੈ ਗੱਲ। ਸੋ ਇਸ ਤਰੀਕੇ ਨਾਲ ਤੁਸੀਂ ਸ਼ੋਅ ਆਫ ਇਨ ਦਾ ਬਿਗਿਨਿੰਗ ਨਹੀਂ ਕਰਨਾ ਹੈਗਾ। ਸੋ ਜਸਟ ਕੀਪ ਯੂਰ ਆਨਸਰਸ ਸ਼ਾਰਟ ਐਂਡ ਸਵੀਟ। ਆਪਣੇ ਆਨਸਰਸ ਨੂੰ ਸ਼ਾਰਟ ਐਂਡ ਸਵੀਟ ਹੀ ਰੱਖੋ, 2 ਜਾਂ 3 ਲਾਈਨਸ ਦੇ ਵਿੱਚ ਹੀ ਆਪਣਾ ਆਨਸਰ ਰੱਖੋ, ਠੀਕ ਹੈ। ਬਹੁਤ ਜ਼ਿਆਦਾ ਕੰਪਲੈਕਸਿਟੀ ਨਹੀਂ ਕਰਨੀ, ਸਵੀਟ ਐਂਡ ਸਿੰਪਲ ਤੁਸੀਂ ਆਨਸਰ ਹੀ ਦੇਣੇ ਆ ਇਹਦੇ। ਸੋ ਅੱਗੇ ਦੇਖਦੇ ਹਾਂ, ਠੀਕ ਹੈ। ਵੈਰੀ ਬਰੀਫ ਆਨਸਰ ਦੇਣੇ ਆ। ਐਂਡ ਰਿਮੈਂਬਰ ਫਰਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਅਗਰ ਤੁਸੀਂ ਫਰਸਟ ਇੰਪ੍ਰੈਸ਼ਨ ਕਾਊਂਟ ਨਹੀਂ ਕਰ ਪਾਉਂਦੇ ਤਾਂ ਤੁਹਾਡੀ ਗਲਤੀ ਹੈ। ਫਰਸਟ ਇੰਪ੍ਰੈਸ਼ਨ ਕਾਊਂਟ ਕਰਨ ਤੋਂ ਮੇਰਾ ਮਤਲਬ ਕੀ ਆ ਕਿ ਅਗਰ ਤੁਹਾਨੂੰ ਕੋਈ ਕੁਐਸਚਨ ਪੁੱਛਿਆ ਜਾਂਦਾ ਹੈ ਐਂਡ ਤੁਸੀਂ ਆਨਸਰ ਦੇ ਵਿੱਚ ਪਹਿਲੀ ਜਾਂ ਦੂਜੀ ਲਾਈਨ ਦੇ ਉੱਤੇ ਹੀ ਤੁਸੀਂ ਗ੍ਰਾਮੈਟੀਕਲ ਮਿਸਟੇਕ ਕਰ ਦਿੰਦੇ ਆ, ਠੀਕ ਹੈ, ਦੈਨ ਤੁਹਾਡਾ ਇੰਪ੍ਰੈਸ਼ਨ ਜਿਹੜਾ ਉਹ ਖਰਾਬ ਹੋ ਜਾਂਦਾ ਹੈ। ਗ੍ਰਾਮੈਟੀਕਲ ਮਿਸਟੇਕ ਜਿਹੜੀਆਂ ਉਹਨੂੰ ਅਵੋਇਡ ਕਰੋ, ਉਹ ਨਹੀਂ ਕਰਨੀ ਹੈਗੀਆਂ। ਸੋ ਹੁਣ ਕੁਐਸਚਨ ਦੇਖਦੇ ਕਿੱਦਾਂ ਦੇ ਪੁੱਛਦੇ ਤੁਹਾਨੂੰ। ਸੋ ਇਹ ਦੇਖਣ ਤੋਂ ਪਹਿਲਾਂ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਇਹਨੂੰ ਜਿਹੜਾ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰੋ, ਠੀਕ ਹੈ। ਸੋ ਕੁਐਸਚਨ ਦੇਖਦੇ, ਟੈਲ ਮੀ ਅਬਾਊਟ ਯੂਰ ਹੋਮ ਟਾਊਨ ਵੇਅਰ ਯੂ ਲਿਵ। ਇਹ ਇੱਕ ਸਿੰਪਲ ਕੁਐਸਚਨ ਹੈ ਜੋ ਤੁਹਾਡੇ ਕੋਲੋਂ ਹਰੇਕ ਵਾਰੀ ਪੁੱਛਿਆ ਜਾਂਦਾ। ਮੇਰੇ ਖਿਆਲ ਨਾਲ ਤਾਂ 90% ਕੈਂਡੀਡੇਟਸ ਤੋਂ ਇਹ ਪੁੱਛਿਆ ਹੀ ਜਾਂਦਾ ਹੈ, ਠੀਕ ਹੈ। ਟੈਲ ਮੀ ਅਬਾਊਟ ਦਾ ਹੋਮ ਟਾਊਨ ਵੇਅਰ ਯੂ ਲਿਵ। ਸੋ ਹੁਣ ਤੁਸੀਂ ਕਰਨਾ ਕਿ ਕੈਂਡੀਡੇਟ ਕਈ ਵਾਰੀ ਕੀ ਹੋ ਜਾਂਦੇ, ਕਨਫਿਊਜ਼ ਹੋ ਜਾਂਦੇ ਆ। ਕਨਫਿਊਜ਼ ਹੋ ਕੇ ਉਹ ਸੋਚਦੇ ਆ ਵੀ ਸ਼ੁੱਡ ਆਈ ਟਾਕ ਅਬਾਊਟ ਮਾਈ ਹੋਮ ਔਰ ਮਾਈ ਹੋਮ ਟਾਊਨ ਔਰ ਸਿਟੀ ਔਰ ਵਟ ਐਵਰ ਸ਼ੁੱਡ ਆਈ ਟਾਕ ਅਬਾਊਟ। ਸੋ ਇਹ ਕੀ ਕਰਦੇ, ਕੈਂਡੀਡੇਟ ਨੂੰ ਕਨਫਿਊਜ਼ਨ ਦੇ ਵਿੱਚ ਆਨਸਰ ਯਾਦ ਹੀ ਭੁੱਲ ਜਾਂਦਾ ਹੈ। ਸੋ ਤੁਸੀਂ ਕੀ ਕਰਨਾ ਹੈ, ਇਹਦੇ ਵਿੱਚ ਤੁਹਾਨੂੰ ਜਿਹੜਾ ਆ ਤੁਸੀਂ ਟਿਪਸ ਕੀ ਕਰਨੀ ਹੈ, ਰਿਮੈਂਬਰ ਇਹ ਚੇਤੇ ਰੱਖਣਾ ਆ ਕਿ ਜਿਹੜਾ ਤੁਹਾਡਾ examiner do not care about your hometown or area where it is situated, whether it is urban area or whether it is countryside.
ਐਗਜ਼ਾਮੀਨਰ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕੰਟਰੀ ਸਾਈਡ ਤੇ ਰਹਿੰਦੇ, ਪਿੰਡ 'ਚ ਰਹਿੰਦੇ ਆ ਜਾਂ ਅਰਬਨ ਏਰੀਆ ਦੇ ਵਿੱਚ ਰਹਿੰਦੇ ਆ, ਤੁਸੀਂ ਬਸ ਆਪਣਾ ਆਨਸਰ ਦਿਓ, ਠੀਕ ਹੈ। ਜਸਟ ਆਨਸਰ ਦਾ ਕੁਐਸਚਨ ਨੀਟ ਐਂਡ ਕਲੀਨ, ਡੂ ਨਾਟ ਸਵੈਟ ਐਂਡ ਸਮਾਲ ਸਟਫ। ਇਹ ਤੁਸੀਂ ਬਿਲਕੁਲ ਨਹੀਂ ਕਰਨਾ ਹੈਗਾ, ਠੀਕ ਹੈ। ਸੋ ਤੁਸੀਂ ਇਹਦਾ ਆਨਸਰ ਕੀ ਦੇ ਸਕਦੇ ਆ, ਯੂ ਕੈਨ ਸੇ ਦੈਟ ਆਈ ਐਮ ਫਰੋਮ ਜਲੰਧਰ, ਠੀਕ ਹੈ। ਸੋ ਜੋ ਵੀ ਤੁਹਾਡਾ ਨੇਟਿਵ ਹੋਮ ਟਾਊਨ ਆ, ਆਈ ਐਮ ਫਰੋਮ ਜਲੰਧਰ ਵਿਚ ਇਜ਼ ਅ ਬਿਊਟੀਫੁਲ ਸਿਟੀ ਐਂਡ ਆਲ ਫੈਸਿਲਿਟੀਜ਼ ਆਰ ਅਵੇਲੇਬਲ ਹੇਅਰ। ਇੱਥੇ ਸਾਰੀਆਂ ਦੀਆਂ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਆ। ਸੋ ਅੱਗੇ ਤੁਸੀਂ ਹੋਰ ਕੀ ਐਡ ਅਪ ਕਰ ਸਕਦੇ ਆ, ਆਈ ਹੈਵ ਬੀਨ ਲਿਵਿੰਗ ਦੇਅਰ ਫॉर 10 ਈਅਰਸ, ਠੀਕ ਹੈ। ਇੱਥੇ ਮੈਂ ਲਿਖ ਵੀ ਦਿੰਦਾ, ਆਈ ਹੈਵ ਬੀਨ ਲਿਵਿੰਗ ਦੇਅਰ ਫॉर 10 ਈਅਰਸ। ਤੁਸੀਂ ਇਹ ਜਿਹੜੀ ਦੇਖੋ ਹੁਣ, ਇੱਕ ਤਾਂ ਕੰਪਲੈਕਸਿਟੀ ਦੇ ਵਿੱਚ ਵੀ ਆ ਗਿਆ ਸੈਂਟੈਂਸ ਐਂਡ ਸਿੰਪਲ ਵੀ ਹੋ ਗਿਆ। ਅਗਰ ਤੁਸੀਂ ਕਰਦੇ ਆਈ ਐਮ ਲਿਵਿੰਗ ਹੇਅਰ ਫॉर 10 ਈਅਰਸ, ਆਈ ਐਮ ਲਿਵਿੰਗ ਹੇਅਰ ਫॉर 10 ਈਅਰਸ, ਆਈ ਐਮ ਜਦੋਂ ਆ ਜਾਂਦਾ ਨਾ ਉਹ ਗਲਤ ਹੋ ਜਾਂਦਾ, ਤੁਸੀਂ ਹੈਵ ਬਿਨ ਲਾਉਣਾ, ਕਿਉਂਕਿ ਤੁਸੀਂ 10 ਸਾਲਾਂ ਤੋਂ ਹੀ ਰਹਿ ਰਹੇ ਆ, ਠੀਕ ਹੈ। ਤੇ ਕੰਟੀਨਿਊ ਵੀ ਆ ਜਾਂਦੀ ਹੈ ਇਹ ਵਾਲੀ ਚੀਜ਼। ਸੋ ਇਹ ਕੀ ਆ, ਸਿੰਪਲ ਵੀ ਹੋ ਜਾਂਦੀ ਆ ਐਂਡ ਕਰੈਕਟ ਵੀ, ਗ੍ਰਾਮੈਟਿਕ ਜਿਹੜੀ ਆ ਤੁਹਾਡੀ ਗ੍ਰਾਮਰ ਕਰੈਕਟ ਵੀ ਹੋ ਜਾਂਦੀ ਹੈ। ਇਸ ਤਰੀਕੇ ਨਾਲ ਤੁਸੀਂ ਇਹਦਾ ਆਨਸਰ ਦੇਣਾ ਕੁਐਸਚਨ ਦਾ। ਸੋ ਨੈਕਸਟ ਦੇਖਦੇ ਆ। ਨੈਕਸਟ ਕੁਐਸਚਨ ਤੁਹਾਡੇ ਕੋਲੋਂ ਜਨਰਲੀ ਪੁੱਛਿਆ ਜਾਂਦਾ ਹੈ ਕਿ ਵਟ ਇਜ਼ ਦਾ ਮੋਸਟ ਇੰਟਰਸਟਿੰਗ ਪਾਰਟ ਆਫ ਯੂਰ ਸਿਟੀ ਔਰ ਹੋਮ ਟਾਊਨ। ਸੋ ਨੈਕਸਟ ਮੈਂ ਤੁਹਾਨੂੰ ਫੇਰ ਇਹੀ ਦੱਸਣਾ ਚਾਹੁੰਦਾ ਕਿ ਐਗਜ਼ਾਮੀਨਰ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਕਿਹੜਾ ਇੰਟਰਸਟਿੰਗ ਪਾਰਟ ਹੈ ਜਾਂ ਲੋਕਾਂ ਦਾ ਕਿਹੜਾ ਇੰਟਰਸਟਿੰਗ ਪਾਰਟ ਹੈ। ਹੁਣ ਉਹਨੇ ਤੁਹਾਨੂੰ ਇੱਕ ਕੁਐਸਚਨ ਪੁੱਛਿਆ, ਵਟ ਇਜ਼ ਦਾ ਮੋਸਟ ਇੰਟਰਸਟਿੰਗ ਪਾਰਟ ਆਫ ਯੂਰ ਹੋਮ ਟਾਊਨ। ਹੁਣ ਕੈਂਡੀਡੇਟਸ ਕੀ ਕਰਦੇ ਆ, ਉਹ ਲੋਕਾਂ ਦੇ ਅਕੋਰਡਿੰਗਲੀ, ਪੀਪਲਸ ਦੇ ਅਕੋਰਡਿੰਗਲੀ ਆਨਸਰ ਦੇਣਾ ਸ਼ੁਰੂ ਕਰ ਦਿੰਦੇ ਆ, ਬਟ ਇਹ ਗਲਤ ਅਪਰੋਚ ਆ। ਸੋ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਇੱਥੇ ਕਿ ਤੁਸੀਂ ਇਹਦਾ ਆਨਸਰ ਕੀ ਦੇਣਾ, ਦ ਮੋਸਟ ਇੰਟਰਸਟਿੰਗ ਪਾਰਟ ਫॉर ਮੀ, ਠੀਕ ਹੈ। ਮੇਰੇ ਲਈ ਜੋ ਇੰਟਰਸਟਿੰਗ ਪਾਰਟ ਆ ਇਜ਼ ਪ੍ਰੋਬੇਬਲੀ ਦ ਸ਼ਾਪਿੰਗ ਸੈਂਟਰ, ਜਾਂ ਜੋ ਵੀ ਤੁਹਾਡਾ ਇੰਟਰਸਟਿੰਗ ਪਾਰਟ ਹੋ ਸਕਦਾ। The most interesting part for me is probably the shopping center because I am fond of shopping, ਕਿਉਂਕਿ ਮੈਨੂੰ ਸ਼ਾਪਿੰਗ ਬਹੁਤ ਪਸੰਦ ਆ। ਇਨ ਫੈਕਟ ਦਾ ਸ਼ਾਪਿੰਗ ਸੈਂਟਰ ਇਜ਼ ਕਾਲਡ ਦਾ ਸ਼ਾਪਰਸ ਪੈਰਾਡਾਈਜ਼। ਸ਼ਾਪਰਸ ਦਾ ਪੈਰਾਡਾਈਜ਼ ਹੈ, ਜਾਣੀ ਕਿ ਸ਼ਾਪਿੰਗ ਦੇ ਲਈ, ਜਿਹਨਾਂ ਨੂੰ ਸ਼ਾਪਿੰਗ ਪਸੰਦ ਹੈ ਨਾ, ਉਹਨਾਂ ਦੇ ਲਈ ਇੱਕ ਕਿਸਮ ਦੀ ਸਵਰਗ ਹੀ ਆ ਇਹ ਵਾਲੀ, ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਆਪਣਾ ਆਨਸਰ ਦੇ ਸਕਦੇ ਆ। ਠੀਕ ਹੈ। ਤੇ ਇਸ ਤਰੀਕੇ ਨਾਲ ਤੁਸੀਂ ਆਪਣਾ ਜਦੋਂ ਆਨਸਰ ਦੇਣਾ ਆ ਤਾਂ ਇਹਨੂੰ ਤੁਸੀਂ ਕਨਫਿਊਜ਼ ਬਿਲਕੁਲ ਨਹੀਂ ਕਰਨਾ। ਆਪਣਾ ਆਨਸਰ ਸਿੰਪਲ ਐਂਡ ਸਵੀਟ, ਮੈਂ ਬਾਰ-ਬਾਰ ਇਹੀ ਕਹੀ ਜਾਂਦਾ ਕਿ ਸਿੰਪਲ ਐਂਡ ਸਵੀਟ ਰੱਖੋ ਆਪਣਾ ਆਨਸਰ। ਬਹੁਤ ਜ਼ਿਆਦਾ ਕੰਪਲੈਕਸਿਟੀ ਸ਼ੋ ਕਰਨ ਦੀ ਲੋੜ ਹੀ ਨਹੀਂ ਤੁਹਾਨੂੰ, ਕਿਉਂਕਿ ਨੈਚੁਰਲ ਤੁਸੀਂ ਉਦੋਂ ਹੀ ਰਹਿ ਸਕਦੇ ਜਦੋਂ ਤੁਸੀਂ ਆਪਣਾ ਨੈਚੁਰਲ ਆਨਸਰ ਦੇਣਾ। ਜੇ ਰਿਟਨ ਆਨਸਰ ਦਓਗੇ ਜਾਂ ਬਣਾਇਆ ਹੋਇਆ ਫੈਬਰੀਕੇਟਡ ਆਨਸਰ ਦਓਗੇ ਨਾ, ਤਾਂ ਫਿਰ ਤੁਹਾਡੀ ਜਿਹੜੀ ਆ ਉਹ ਇਫੈਕਟਿਵ ਸਪੀਕਿੰਗ ਨਹੀਂ ਰਹਿੰਦੀ ਹੈਗੀ। ਸੋ ਇਹਦੇ ਲਈ ਤੁਸੀਂ ਕਰਨਾ ਕੀ ਆ, ਆਪਣੇ ਘਰ ਦੇ ਵਿੱਚ ਜਦੋਂ ਤੁਸੀਂ ਵੀ ਪ੍ਰੈਕਟਿਸ ਕਰਦੇ ਤਾਂ ਆਪਣੇ ਪ੍ਰੈਕਟਿਸ ਕਰਨ ਦੇ ਵੇਲੇ ਸਪੀਕ ਆਊਟ ਯੂਰ ਆਨਸਰ, ਰਿਕਾਰਡ ਇਟ, ਰਾਈਟ ਡਾਊਨ ਵਟ ਯੂ ਸੈਡ। ਆਪਣਾ ਆਨਸਰ ਕੀ ਕਰੋ, ਸਪੀਕ, ਆਪਣਾ ਜ਼ੋਰ ਦੀ ਬੋਲੋ ਆਪਣਾ ਆਨਸਰ, ਠੀਕ ਹੈ। ਰਿਕਾਰਡ ਕਰਕੇ ਉਹਨੂੰ ਬੋਲੋ, ਉਹਨੂੰ ਕਰੋ ਰਾਈਟ ਡਾਊਨ ਕਰੋ, ਬਾਰ-ਬਾਰ ਉਹਨੂੰ ਦੁਹਰਾਓ। ਆਪਣੇ ਜਿਹੜਾ ਕੀਪ ਇਟ ਸਪੋਕਨ ਦਾ ਮਤਲਬ ਹੈ, ਕੀਪ ਇਟ ਸਪੋਕਨ ਜਾਣੀ ਕਿ ਤੁਸੀਂ ਰਿਟਨ ਦੀ ਤਰੀਕੇ ਨਾਲ ਇਹ ਆਨਸਰ ਨਹੀਂ ਲਿਖਣਾ ਹੈਗਾ, ਇਹਨੂੰ ਬਸ ਥੋੜੇ ਆਪਣੇ ਟਿਪਸ ਲਿਖੋ। ਜਿਵੇਂ ਕਿ ਹੈਡਿੰਗ ਦੇ ਵਿੱਚ ਨਹੀਂ ਆਪਾਂ ਲਿਖੀਦਾ, ਹੈਡਿੰਗ ਦੇ ਵਿੱਚ ਲਿਖੋ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਯਾਦ ਰਵੇ ਉਹ ਹੈਡਿੰਗ ਤੋਂ ਤੁਸੀਂ ਬੋਲਣਾ ਕੀ ਹੈ, ਠੀਕ ਹੈ, ਇਸ ਤਰੀਕੇ ਦੇ ਨਾਲ। ਸੋ ਨੈਕਸਟ ਦੇਖੋ, ਨੈਕਸਟ ਅਸੀਂ ਕੀ ਕਰਨਾ। ਸੋ ਇੱਕ ਹੋਰ ਚੀਜ਼ ਆ ਵੀ ਡੋਂਟ ਰਾਈਟ ਇਟ ਇਨ ਸੈਂਟੈਂਸਸ, ਰਾਈਟ ਇਟ ਇਨ ਸਿੰਪਲ ਸਮਾਲ ਫਰੇਜ਼ਸ। ਸਮਾਲ ਫਰੇਜ਼ਸ ਦੇ ਵਿੱਚ ਹੀ ਅਸੀਂ ਆਪਣਾ ਆਨਸਰ ਜਿਹੜਾ ਆ ਉਹ ਘਰ ਦੇ ਵਿੱਚ ਪ੍ਰੈਕਟਿਸ ਕਰਨ ਵੇਲੇ ਲਿਖਣਾ ਹੈ। ਸੋ ਨੈਕਸਟ ਤੁਹਾਡੇ ਕੋਲੋਂ ਜਿਹੜਾ ਸਮਟਾਈਮਸ ਦਾ ਨੈਕਸਟ ਕੁਐਸਚਨ ਜਿਹੜਾ ਕਮ ਅਪ ਕੀ ਆ, ਵਟ ਕਾਈਂਡ ਆਫ ਜੌਬਸ ਡੂ ਪੀਪਲ ਡੂ ਦੇਅਰ। ਤੁਹਾਡੇ ਹੋਮ ਟਾਊਨ ਦੇ ਵਿੱਚ ਕਿਸ ਤਰੀਕੇ ਦੀਆਂ ਜੌਬਸ ਕਰਦੇ ਆ। ਸੋ ਕੈਂਡੀਡੇਟ ਜਿਹੜੇ ਆ ਉਹ ਕਨਫਿਊਜ਼ ਬਹੁਤ ਜ਼ਿਆਦਾ ਹੋ ਜਾਂਦੇ ਆ, ਠੀਕ ਹੈ। ਡੋਂਟ ਗੈਟ ਕਨਫਿਊਜ਼ਡ ਬਿਕੋਜ਼ everywhere in the country people do regular jobs, ਠੀਕ ਹੈ। ਸੋ ਇੱਥੇ ਤੁਹਾਡੇ ਕੋਲ ਹੁਣ ਐਗਜ਼ਾਮੀਨਰ ਪੁੱਛਣਾ ਕੀ ਚਾਹੁੰਦਾ ਆ ਕਿ is there a particular industry in your area, ਠੀਕ ਹੈ, where people do different kind of jobs। ਕੀ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਪਰਟੀਕੂਲਰ ਇੰਡਸਟਰੀ ਹੈਗੀ ਆ ਕਿ ਨਹੀਂ ਹੈਗੀ, ਇਹ ਪੁੱਛਣਾ ਚਾਹੁੰਦਾ। ਕਿਉਂਕਿ ਹੁਣ ਪੋਸਟਮੈਨਸ ਹੋ ਗਏ ਆ, ਜਾਂ ਜਿਹੜੇ ਬੈਂਕਰਸ ਹੋ ਗਏ ਆ, ਸ਼ਾਪਕੀਪਰਸ ਹੋ ਗਏ ਆ, ਜਾਂ ਡੇਲੀ ਵੇਜ 'ਤੇ ਜਿੰਨੇ ਵੀ ਲੋਕ ਕੰਮ ਕਰਦੇ ਤਾਂ ਹਰੇਕ ਪੂਰੀ ਕੰਟਰੀ ਦੇ ਵਿੱਚ ਹਰੇਕ ਜਗ੍ਹਾ 'ਤੇ ਸੇਮ ਹੀ ਕੰਮ ਕਰਦੇ ਆ, ਠੀਕ ਹੈ। ਤੇ ਤੁਹਾਡੇ ਕੋਲੋਂ ਕੀ ਪੁੱਛਣਾ ਚਾਹੁੰਦਾ ਕਿ ਤੁਹਾਡੀ ਏਰੀਆ ਦੇ ਵਿੱਚ ਕੋਈ ਪਰਟੀਕੂਲਰ ਇੰਡਸਟਰੀ ਹੈਗੀ ਕਿ ਨਹੀਂ ਹੈਗੀ। ਪਰਟੀਕੂਲਰ ਇੰਡਸਟਰੀ ਦਾ ਮਤਲਬ ਕੀ ਹੈ, ਕੋਈ ਫੋਰ ਐਗਜ਼ਾਮਪਲ ਸ਼ੂਗਰ ਮਿਲ,
ਠੀਕ ਹੈ। ਜਿਵੇਂ ਫਗਵਾੜਾ ਦੇ ਵਿੱਚ ਸ਼ੂਗਰ ਮਿਲ ਆ, ਜਾਂ ਹੋਰ ਕਾਫੀ ਸਾਰੀ ਏਰੀਆਜ਼ ਦੇ ਵਿੱਚ ਸ਼ੂਗਰ ਮਿਲ ਆ, ਜਾਂ ਕੋਈ ਵੀ ਕਲੌਥ ਇੰਡਸਟਰੀ ਹੋ ਗਈ, ਠੀਕ ਹੈ। ਇਸ ਤਰੀਕੇ ਦੀ ਤੁਹਾਡੇ ਸਪੈਸ਼ਲ ਇੰਡਸਟਰੀ ਹੈਗੀ ਆ ਕਿ ਨਹੀਂ ਹੈਗੀ। ਅਗਰ ਤਾਂ ਹੈਗੀ ਆ ਫਿਰ ਤੁਹਾਡਾ ਆਨਸਰ ਜਿਹੜਾ ਉਸ ਇੰਡਸਟਰੀ ਦੇ ਅਕੋਰਡਿੰਗਲੀ ਹੋ ਜਾਣਾ। ਅਗਰ ਨਹੀਂ ਹੈਗੀ, ਇਫ ਦੇयर ਇਜ਼ ਨਾਟ ਐਨੀ ਸਪੈਸ਼ਲ ਇੰਡਸਟਰੀ, ਯੂ ਮੇ ਗਿਵ ਅ ਜਨਰਲ ਆਨਸਰ। ਤੁਸੀਂ ਆਪਣਾ ਜਨਰਲ ਆਨਸਰ ਦੇ ਸਕਦੇ ਆ, ਜਿਹਦੇ ਵਿੱਚ ਤੁਸੀਂ ਕੀ ਦਓਗੇ, ਹਾਂਜੀ ਇਹਦੇ ਵਿੱਚ ਤੁਸੀਂ ਦਓਗੇ ਏ ਵੈਰਾਈਟੀ ਆਫ ਜੌਬਸ। ਆਈ ਥਿੰਕ ਦੇਰ ਆਰ ਅ ਲੋਟ ਆਫ ਐਜੂਕੇਸ਼ਨਲ ਇੰਡਸਟਰੀਜ਼ ਵਿਚ ਪ੍ਰੋਵਾਈਡ ਜੌਬਸ ਟੂ ਦਾ ਟੀਚਿੰਗ ਐਂਡ ਨਾਨ ਟੀਚਿੰਗ ਸਟਾਫ। ਸੋ ਮੈਂ ਇੱਥੇ ਆਪਣਾ ਆਨਸਰ ਜਿਹੜਾ ਜਲੰਧਰ ਦੇ ਅਕੋਰਡਿੰਗ ਹੀ ਦੇ ਰਿਹਾ, ਕਿਉਂਕਿ ਉੱਥੇ ਕਾਫੀ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ, ਠੀਕ ਹੈ। ਦੇਰ ਆਰ ਅ ਲੋਟ ਆਫ ਐਜੂਕੇਸ਼ਨਲ ਇੰਸਟੀਟਿਊਸ਼ਨਸ ਵਿਚ ਪ੍ਰੋਵਾਈਡ ਜੌਬਸ ਟੂ ਟੀਚਿੰਗ ਐਂਡ ਨਾਨ ਟੀਚਿੰਗ ਸਟਾਫ। There are a lot of food shops, cloth houses in my city. There is a huge market provide thousands of job to people. ਲੋਕਾਂ ਨੂੰ ਇੱਥੇ ਕਾਫੀ ਸਾਰੀਆਂ ਜੌਬਸ ਮਿਲਦੀਆਂ, ਠੀਕ ਹੈ। ਸੋ ਅਗਰ ਤੁਹਾਡੇ ਏਰੀਆ ਦੇ ਵਿੱਚ ਕੋਈ ਪਰਟੀਕੂਲਰ ਇੰਡਸਟਰੀ ਨਹੀਂ ਹੈਗੀ ਤਾਂ ਤੁਸੀਂ ਆਪਣਾ ਜਨਰਲ ਆਨਸਰ ਇਸ ਤਰੀਕੇ ਨਾਲ ਹੀ ਦੇਣਾ ਹੈ। ਸੋ ਜਿਹੜੀਆਂ ਇਸ ਤਰੀਕੇ ਦੀਆਂ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਜਿਹੜਾ ਵਿਜ਼ਡਮ ਐਜੂਕੇਸ਼ਨ ਪੁਆਇੰਟ RDC, ਇਹਨੂੰ ਸਬਸਕ੍ਰਾਈਬ ਕਰੋ। ਇੱਥੇ ਤੁਹਾਨੂੰ ਆਇਲਸ ਤੇ ਅਸੀਂ ਕਾਫੀ ਸਾਰੇ ਟਿਪਸ ਦਿੰਦੇ ਆ, ਤੇ ਮੈਡੀਕਲ, ਨਾਨ ਮੈਡੀਕਲ ਐਂਡ ਕਮਰਸ ਦੇ ਨਾਲ ਰਿਲੇਟਡ ਵੀਡੀਓਜ਼ ਵੀ ਤੁਹਾਨੂੰ ਦਿੰਦੇ ਆ। ਤੇ ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਜਾਂ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਆ। ਥੈਂਕ ਯੂ।